ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ, ਭਾਗ 14ਵਾਂ। ਤੇ ਪਿਛਲੇ ਭਾਗ ਵਿੱਚ ਤੱਕ ਅਸੀਂ ਪੜ੍ਹ ਚੁੱਕੇ ਹਾਂ ਕਿ ਸਰਦਾਰ ਜੀ ਦੇ ਆਪਣੇ ਮਸ਼ਵਰੇ ਅਨੁਸਾਰ ਕੀ ਹੋ ਸਕਦਾ ਹੈ। ਅੱਜ ਅੱਗੇ ਪੜ੍ਹਦੇ ਹਾਂ ਜੀ। ਸਿਰਲੇਖ ਹੈ ਡਾਕਟਰ ਅੰਬੇਦਕਰ ਦਾ ਵਡਮੁੱਲਾ ਮਸ਼ਵਰਾ। ਪੰਜਾਬ ਦੇ ਬਟਵਾਰੇ ਨਾਲ ਪੂਰਬੀ ਪੰਜਾਬ ਅੰਦਰ ਅੱਡ ਅੱਡ ਵਰਗਾਂ ਦੀ ਵਸੋਂ ਦੇ ਅਨੁਪਾਤ ਅੰਦਰ ਅਹਿਮ ਤਬਦੀਲੀ ਆ ਗਈ ਸੀ। ਪੱਛਮੀ ਪੰਜਾਬ ਅਤੇ ਉੱਤਰ ਪੱਛਮੀ ਸਰਹੱਦੀ ਸੂਬੇ ਦੀ ਹਿੰਦੂ ਤੇ ਸਿੱਖ ਵਸੋਂ ਨੂੰ ਆਪਣੇ ਘਰ-ਬਾਰ ਛੱਡ ਕੇ ਪੱਛਮੀ ਪੰਜਾਬ ਅਤੇ ਉੱਤਰ ਪੱਛਮੀ ਸਰਹੱਦੀ ਸੂਬੇ ਦੀ ਹਿੰਦੂ ਤੇ ਸਿੱਖ ਵਸੋਂ ਨੂੰ ਆਪਣੇ ਘਰ-ਬਾਰ ਛੱਡ ਕੇ ਕਾਫਲਿਆਂ ਦੇ ਰੂਪ ਵਿੱਚ ਸਰਹੱਦ ਪਾਰ ਕਰਨ ਲਈ ਮਜਬੂਰ ਹੋਣਾ ਪੈ ਗਿਆ। ਇੱਧਰੋਂ ਪੂਰਬੀ ਪੰਜਾਬ 'ਚੋਂ ਮੁਸਲਿਮ ਵਸੋਂ ਪੱਛਮੀ ਪੰਜਾਬ ਅੰਦਰ ਤਬਦੀਲ ਹੋ ਗਈ। ਲਾਇਲਪੁਰ, ਮਿੰਟਗੁਮਰੀ ਤੇ ਸ਼ੇਖੂਪੁਰਾ ਦੀਆਂ 12 ਚੋਂ ਉੱਜੜੇ ਸਿੱਖ ਪਰਿਵਾਰ ਜ਼ਿਆਦਾ ਕਰਕੇ ਜਲੰਧਰ ਡਿਵੀਜ਼ਨ ਅੰਦਰ ਆਪਣੇ ਜੱਦੀ ਜ਼ਿਲ੍ਹਿਆਂ ਵਿੱਚ ਆ ਵਸੇ। ਪਾਕਿਸਤਾਨ ਚੋਂ ਉੱਜੜੀ ਹਿੰਦੂ ਵਸੋਂ ਦੇ ਵੱਡੇ ਹਿੱਸੇ ਘੱਗਰ ਪਾਰ ਦੇ ਇਲਾਕਿਆਂ ਅੰਦਰ ਜਾ ਟਕੇ। ਆਬਾਦੀ ਦੇ ਇਸ ਤਬਾਦਲੇ ਨੇ ਹਿੰਦੂ ਤੇ ਸਿੱਖ ਦੋਨੋਂ ਭਾਈਚਾਰਿਆਂ ਦੀ ਪੋਜੀਸ਼ਨ ਨੂੰ ਅਹਿਮ ਰੂਪ ਵਿੱਚ ਪ੍ਰਭਾਵਿਤ ਕੀਤਾ। ਪੂਰਬੀ ਪੰਜਾਬ ਦੀ ਕੁੱਲ 1,25,00,000 ਵਸੋਂ ਵਿੱਚ ਹਿੰਦੂਆਂ ਦੀ ਗਿਣਤੀ 62% ਤੱਕ ਅੱਪੜ ਗਈ, ਜਦ ਕਿ ਸਿੱਖਾਂ ਦੀ 35% ਦੇ ਕਰੀਬ ਹੋ ਗਈ। ਇਉਂ ਹਿੰਦੂ ਵਰਗ ਨੂੰ ਇਤਿਹਾਸ ਅੰਦਰ ਪਹਿਲੀ ਵਾਰ ਪੰਜਾਬ ਅੰਦਰ ਬਹੁ ਗਿਣਤੀ ਨਸੀਬ ਹੋ ਗਈ। ਨਾਲ ਹੀ ਇਤਿਹਾਸ ਅੰਦਰ ਪਹਿਲੀ ਵਾਰ ਸਿੱਖ ਭਾਈਚਾਰੇ ਨੂੰ ਇੱਕ ਬੱਝਵੇਂ ਇਲਾਕੇ ਰਾਵੀ ਤੇ ਘੱਗਰ ਦੇ ਵਿਚਕਾਰਲੇ ਖਿੱਤੇ ਅੰਦਰ ਆਪਣੀ ਬਹੁ ਗਿਣਤੀ ਹਾਸਲ ਹੋ ਗਈ। ਬੇਸ਼ੱਕ ਪੰਜਾਬ ਦੇ ਬਟਵਾਰੇ ਨਾਲ ਸਿੱਖ ਕੌਮ ਨੂੰ ਜਾਨੀ ਤੇ ਮਾਲੀ ਦੋਨੋਂ ਹੀ ਪੱਖਾਂ ਤੋਂ ਬੇਹਿਸਾਬਾ ਨੁਕਸਾਨ ਝੱਲਣਾ ਪਿਆ, ਪਰ ਇਸ ਤਬਾਹੀ ਨੇ ਉਸ ਦੀ ਰਾਜਸੀ ਹੋਣੀ ਦੇ ਜੋ ਨਵੇਂ ਦਰ ਖੋਲ੍ਹੇ, ਉਸ ਦਾ ਸਹੀ ਅਨੁਮਾਨ ਡਾਕਟਰ ਭੀਮ ਰਾਓ ਅੰਬੇਦਕਰ ਵਰਗਾ ਪ੍ਰਤਿਭਾਸ਼ਾਲੀ ਮਨ ਹੀ ਲਗਾ ਸਕਦਾ ਸੀ। ਫਰਵਰੀ 1948 ਵਿੱਚ ਜਦ ਇੱਕ ਸਿੱਖ ਡੈਪੂਟੇਸ਼ਨ ਨੇ ਬਟਵਾਰੇ ਸਦਕਾ ਸਿੱਖ ਕੌਮ ਨੂੰ ਝੱਲਣੀਆਂ ਪੈ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਣ ਲਈ ਡਾਕਟਰ ਅੰਬੇਦਕਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ, ਤਾਂ ਸਿੱਖ ਮੁਲਾਕਾਤੀਆਂ ਦੀ ਗੱਲ ਸੁਣਨ ਤੋਂ ਬਾਅਦ ਡਾਕਟਰ ਹੋਰਾਂ ਜੋ ਗੰਭੀਰ ਅਤੇ ਗੂੜ੍ਹ ਜਵਾਬ ਦਿੱਤਾ, ਉਹ ਇਸ ਤਰ੍ਹਾਂ ਸੀ। ਸਾਂਝੇ ਪੰਜਾਬ ਅੰਦਰ ਤੁਹਾਡੀ ਆਬਾਦੀ 13% ਸੀ। ਇਸ ਤਰ੍ਹਾਂ ਤੁਸੀਂ ਉਸ ਰਾਜ ਅੰਦਰ ਵੀ ਜਿੱਥੇ ਤੁਹਾਡੀ ਵਸੋਂ ਵਧੇਰੇ ਬੱਝਵੀਂ ਸੀ, ਇੱਕ ਘੱਟ ਗਿਣਤੀ ਵਰਗ ਵਜੋਂ ਦੋ ਭਾਈਚਾਰਿਆਂ ਹਿੰਦੂਆਂ ਤੇ ਮੁਸਲਮਾਨਾਂ ਦੇ ਰਹਿਮੋ ਕਰਮ ਉੱਤੇ ਸੂ। ਤੁਸੀਂ ਆਪਣੀ ਜਮਾਂਦਰੂ ਸ਼ਕਤੀ, ਗਤੀਸ਼ੀਲਤਾ, ਉਦਮ ਅਤੇ ਸਖਤ ਘਾਲਣਾ ਸਦਕਾ ਗਿਣਤੀ 'ਚ ਆਪਣੇ ਨਾਲੋਂ ਕਿਤੇ ਵੱਡੇ ਇਹਨਾਂ ਦੋਨੋਂ ਭਾਈਚਾਰਿਆਂ ਦੇ ਬਰਾਬਰ ਮੜਕਦੇ ਰਹੇ, ਪਰੰਤੂ ਰਾਜਸੀ ਤੌਰ ਤੇ ਤੁਹਾਡੇ ਪੱਲੇ ਕੱਖ ਨਹੀਂ ਸੀ। ਬੇਸ਼ੱਕ ਬਟਵਾਰਾ ਦੇਸ਼ ਲਈ ਇੱਕ ਵੱਡੀ ਤਰਾਸਦੀ ਹੋ ਨਿਬੜਿਆ ਹੈ, ਜਿਸ ਨਾਲ ਮਾਲੀ ਨੁਕਸਾਨ ਤੋਂ ਇਲਾਵਾ ਲੋਕਾਂ ਨੂੰ ਵੱਡੇ ਦਸੌਂਡੇ ਝੱਲਣੇ ਪਏ ਹਨ,
ਪਰੰਤੂ ਇਸ ਆਬਾਦੀ ਦੇ ਤਬਾਦਲੇ ਭਾਵੇਂ ਇਹ ਜਬਰਨ ਹੀ ਹੋਇਆ ਹੈ, ਨਾਲ ਤੁਸੀਂ ਸਿੱਖ ਲੋਕਾਂ ਦੇ ਨੇ ਅੱਜ ਰਾਜਸੀ ਤੌਰ ਤੇ ਸਭ ਤੋਂ ਵੱਧ ਨਫਾ ਖੱਟਿਆ ਹੈ ਅਤੇ ਇਸ ਤੋਂ ਬਾਅਦ ਆਰਥਿਕ ਤੌਰ ਤੇ ਵੀ ਸਭ ਤੋਂ ਵੱਧ ਨਫੇ ਵਿੱਚ ਰਹੋਗੇ। ਜੋ ਮੈਂ ਸੁਣ ਤੇ ਦੇਖ ਰਿਹਾ ਹਾਂ, ਉਸ ਹਿਸਾਬ ਨਾਲ ਤੁਹਾਡਾ ਭਾਈਚਾਰਾ 12,000 ਵਰਗ ਮੀਲ ਦੇ ਇਲਾਕੇ ਵਾਲੀਆਂ 6 ਸਿੱਖ ਰਿਆਸਤਾਂ ਵਿੱਚ ਬਹੁਗਿਣਤੀ ਹਾਸਲ ਕਰ ਚੁੱਕਾ ਹੈ। ਜਲੰਧਰ ਡਿਵੀਜ਼ਨ ਦੇ 6 ਜ਼ਿਲ੍ਹਿਆਂ ਅੰਦਰ ਹੀ ਵੀ ਤੁਹਾਡੀ ਬਹੁਗਿਣਤੀ ਬਣ ਜਾਵੇਗੀ। ਇਸ ਤਰ੍ਹਾਂ ਜਦ ਇਹ ਜਬਰੀ ਤਬਾਦਲੇ ਦਾ ਅਮਲ ਪੂਰਾ ਹੋ ਜਾਵੇਗਾ ਤਾਂ ਤੁਹਾਡੀ 50,000 ਵਰਗ ਮੀਲ ਦੇ ਇਲਾਕੇ ਅੰਦਰ ਬਹੁਗਿਣਤੀ ਸਥਾਪਿਤ ਹੋ ਚੁੱਕੀ ਹੋਵੇਗੀ। 400 ਸਾਲਾਂ ਤੋਂ ਵੱਧ ਲੰਮੇ ਇਤਿਹਾਸ ਅੰਦਰ ਤੁਹਾਡੇ ਭਾਈਚਾਰੇ ਨੂੰ ਪਹਿਲੀ ਵਾਰ ਅਜਿਹਾ ਘਰ ਹੋਮਲੈਂਡ ਨਸੀਬ ਹੋਇਆ ਹੈ ਜਿਸ ਨੂੰ ਤੁਸੀਂ ਆਪਣਾ ਕਹਿ ਸਕਦੇ ਹੋ। ਹੁਣ ਤੁਹਾਡੇ ਕੋਲ ਇੱਕ ਅਜਿਹਾ ਖਿੱਤਾ ਹੈ ਜਿੱਥੇ ਤੁਹਾਡੀ ਬਹੁਗਿਣਤੀ ਹੈ। ਤੁਹਾਡੇ ਕੋਲ ਇੱਕ ਧਰਮ ਹੈ ਜੋ ਤੁਹਾਨੂੰ ਆਪਸ ਵਿੱਚ ਜੋੜਦਾ ਹੈ। ਕੌਮੀਅਤ ਦੇ ਸਾਰੇ ਮਾਨਦੰਡਾਂ ਅਨੁਸਾਰ ਤੁਸੀਂ ਇੱਕ ਅਜਿਹੀ ਕੌਮ ਬਣ ਗਏ ਹੋ ਜਿਨ੍ਹਾਂ ਦਾ ਆਪਣਾ ਘਰ ਹੈ ਅਤੇ ਅਜੇ ਵੀ ਤੁਸੀਂ ਮੈਨੂੰ ਦੱਸਦੇ ਹੋ ਕਿ ਤੁਹਾਡਾ ਅੰਤਾਂ ਦਾ ਨੁਕਸਾਨ ਹੋਇਆ ਹੈ। ਇਤਿਹਾਸ ਦਰਸਾਉਂਦਾ ਹੈ ਕਿ ਅਜਿਹੇ ਮੰਤਵ ਲਈ ਹਮੇਸ਼ਾ ਹੀ ਵੱਡੇ ਕਸ਼ਟ ਝੱਲਣੇ ਪਿਆ ਕਰਦੇ ਹਨ। ਹੁਣ ਜਦੋਂ ਇੱਕ ਤੁਹਾਡੇ ਕੋਲ ਆਪਣਾ ਅਜਿਹਾ ਇੱਕ ਖਿੱਤਾ ਹੈ ਜਿੱਥੇ ਤੁਸੀਂ ਸਮੇਂ ਤੇ ਹਾਲਾਤ ਦੇ ਤਕਾਜ਼ੇ ਅਨੁਸਾਰ ਆਪਣਾ ਨਿਰਣੇ ਦੇ ਪ੍ਰਵਾਨਿਤ ਨਿਯਮਾਂ ਮੁਤਾਬਕ ਵੱਖ ਹੋਣ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹੋ, ਤਾਂ ਭਾਰਤ ਵਿੱਚ ਕੋਈ ਦਲ ਤੁਹਾਨੂੰ ਕੁਚਲਣ ਵਿੱਚ ਜਾਂ ਤੁਹਾਡੇ ਨਾਲ ਬੁਰਾ ਸਲੂਕ ਕਰਨ 'ਚ ਕਿੰਨਾ ਕੁ ਚਿਰ ਸਫਲ ਹੋ ਸਕੇਗਾ। ਡਾਕਟਰ ਅੰਬੇਦਕਰ ਦੇ ਇਸ ਕਥਨ 'ਚੋਂ 3 ਗੱਲਾਂ ਸਪਸ਼ਟ ਹੁੰਦੀਆਂ ਹਨ। ਇੱਕ ਇਹ ਕਿ ਉਹ ਸਿੱਖ ਭਾਈਚਾਰੇ ਨੂੰ ਮਹਿਜ ਧਾਰਮਿਕ ਘੱਟ ਗਿਣਤੀ ਵਰਗ ਵਜੋਂ ਹੀ ਨਹੀਂ, ਸਗੋਂ ਕੌਮੀਅਤ ਦੇ ਸਾਰੇ ਮਾਨਦੰਡਾਂ ਅਨੁਸਾਰ ਇੱਕ ਕੌਮ ਵਜੋਂ ਪ੍ਰਵਾਨ ਕਰਦੇ ਸਨ। ਦੂਜਾ ਇਹ ਕਿ ਉਹ ਆਪਾ ਨਿਰਣੇ ਦੇ ਅਧਿਕਾਰ ਨੂੰ ਹਰ ਕੌਮ ਦਾ ਜਨਮ ਸਿੱਧ ਅਧਿਕਾਰ ਸਮਝਦੇ ਸਨ ਅਤੇ ਨਾਲ ਹੀ ਉਹਨਾਂ ਦੀ ਇਹ ਦ੍ਰਿੜ ਧਾਰਨਾ ਸੀ ਕਿ ਆਪਾ ਨਿਰਣੇ ਦੇ ਪ੍ਰਵਾਨਿਤ ਨਿਯਮਾਂ ਅਨੁਸਾਰ ਕੋਈ ਵੀ ਕੌਮ ਸਮੇਂ ਦੇ ਹਾਲਾਤ ਦੀ ਮੰਗ ਅਨੁਸਾਰ ਵੱਖਰੇ ਹੋਣ ਦਾ ਹੱਕ ਰੱਖਦੀ ਹੈ। ਤੀਜੀ ਗੱਲ, ਸਿੱਖ ਕੌਮ ਵੱਲੋਂ ਇੱਕ 22ਵੇਂ ਖਿੱਤੇ ਅੰਦਰ ਬਹੁ ਗਿਣਤੀ ਹਾਸਲ ਕਰ ਲੈਣ ਤੋਂ ਬਾਅਦ ਉਹ ਇਸ ਖਿੱਤੇ ਅੰਦਰ ਸਿੱਖ ਕੌਮ ਵੱਲੋਂ ਆਪਣਾ ਸੁਤੰਤਰ ਭਵਿੱਖ ਉਸਾਰਨ ਦਾ ਦਾਅਵਾ ਤੇ ਹੱਕ ਤਸਲੀਮ ਕਰਦੇ ਸਨ। ਡਾਕਟਰ ਅੰਬੇਦਕਰ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਸੰਨ 47 ਦਾ ਉਜਾੜਾ ਸਿੱਖ ਕੌਮ ਲਈ ਇੱਕ ਵਰਦਾਨ ਸਾਬਤ ਹੋ ਸਕਦਾ ਸੀ, ਬਸ਼ਰਤੇ ਕਿ ਸਿੱਖ ਲੀਡਰਸ਼ਿਪ ਇਸ ਬਾਰੇ ਚੇਤੰਨ ਅਤੇ ਅਡੋਲ ਚਿੱਤ ਹੁੰਦੀ। ਅਣਵੰਡੇ ਪੰਜਾਬ ਅੰਦਰ ਸਿੱਖ ਕੌਮ ਨੂੰ ਆਪਣੀ ਕੌਮੀ ਆਜ਼ਾਦੀ ਦੇ ਰਾਹ ਦੀ ਜਿਸ ਵੱਡੀ ਅਮਲੀ ਔਕੜ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪੰਜਾਬ ਦੇ ਬਟਵਾਰੇ ਨਾਲ ਉਹ ਔਕੜ ਆਪਣੇ ਆਪ ਦੂਰ ਹੋ ਗਈ ਸੀ। ਪਰ ਜਿਵੇਂ ਕਿ ਅਸੀਂ ਚਰਚਾ ਕਰ ਚੁੱਕੇ ਹਾਂ ਕਿ ਅਣਵੰਡੇ ਪੰਜਾਬ ਅੰਦਰ ਸਿੱਖ ਕੌਮ ਦੀ ਆਜ਼ਾਦੀ ਦੇ ਰਾਹ ਦੀ ਮੁੱਖ ਔਕੜ ਵਿਹਾਰਕ ਨਹੀਂ, ਸਗੋਂ ਸਿੱਖ ਲੀਡਰਸ਼ਿਪ ਦੀ ਸਿਧਾਂਤਕ ਕਮਜ਼ੋਰੀ ਸੀ। ਵੰਡ ਤੋਂ ਬਾਅਦ ਵੀ ਸਿੱਖ ਲੀਡਰਸ਼ਿਪ ਦੀ ਇਹ ਸਿਧਾਂਤਕ ਕਮਜ਼ੋਰੀ ਜਿਉਂ ਦੀ ਤਿਉਂ ਕਾਇਮ ਰਹੀ। ਉਹ ਸਿੱਖ ਮਸਲੇ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਨਾਲੋਂ ਅਸਲੋਂ ਹੀ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਦੀ ਸੀ। ਉਹ ਸਿੱਖ ਕੌਮ ਦੀ ਗੱਲ ਕਰਦੀ ਹੋਈ ਵੀ ਅਮਲੀ ਤੌਰ ਤੇ ਸਿੱਖ ਪੰਥ ਨੂੰ ਇੱਕ ਘੱਟ ਗਿਣਤੀ ਧਾਰਮਿਕ ਵਰਗ ਮੰਨ ਕੇ ਚੱਲਦੀ ਸੀ ਅਤੇ ਆਜ਼ਾਦ ਭਾਰਤ ਅੰਦਰ ਸਿੱਖ ਕੌਮ ਦੇ ਇੱਕ ਘੱਟ ਗਿਣਤੀ ਵਰਗ ਵਜੋਂ ਹਿੱਤਾਂ ਦੀ ਸੁਰੱਖਿਆ ਹੀ ਉਸ ਦਾ ਮੁੱਖ ਸਰੋਕਾਰ ਸੀ। ਆਮ ਸਿੱਖ ਜਨਤਾ ਵਾਂਗ ਹੀ ਸਿੱਖ ਲੀਡਰਸ਼ਿਪ ਅੰਦਰਲੇ ਕੁਝ ਹਿੱਸਿਆਂ ਅੰਦਰ ਵੀ ਸਿੱਖ ਕੌਮ ਦੀ ਆਜ਼ਾਦੀ ਦੀ ਤਾਂਘ ਤੇ ਜਜ਼ਬਾ ਤਾਂ ਸੀ,
ਪਰ ਉਹਨਾਂ ਅੰਦਰ ਸਿਧਾਂਤਕ ਸਪਸ਼ਟਤਾ ਤੇ ਨਿਸ਼ਚਾ ਦੀ ਰੜਕਵੀਂ ਘਾਟ ਸੀ। ਇਸ ਕੌਮੀ ਚੇਤਨਾ ਦੀ ਘਾਟ ਕਰਕੇ ਉਹ ਸਿੱਖ ਕੌਮ ਦੇ ਹਿੱਤਾਂ ਤੇ ਮੰਗਾਂ ਨੂੰ ਕੌਮੀ ਆਜ਼ਾਦੀ ਦੇ ਪੈਂਤੜੇ ਤੋਂ ਨਜਿੱਠਣ ਦੀ ਥਾਂ ਇੱਕ ਘੱਟ ਗਿਣਤੀ ਵਰਗ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਕਰੂਚੀ ਦਾ ਸ਼ਿਕਾਰ ਹੁੰਦੇ ਰਹੇ। ਜਜ਼ਬੇ ਤੇ ਚੇਤਨਾ ਅੰਦਰ ਇੱਕ ਵੱਡੇ ਪਾੜੇ ਕਾਰਨ ਉਹ ਅਕਸਰ ਕਈ ਆਵਾਜ਼ਾਂ ਕੱਢਦੇ ਅਤੇ ਥਿੜਕਵੀਆਂ ਪੋਜੀਸ਼ਨਾਂ ਲੈਂਦੇ ਰਹੇ। ਇਸ ਸਿਧਾਂਤਕ ਰੋਗ ਤੋਂ ਜੇਕਰ ਕੋਈ ਵਿਅਕਤੀ ਸਭ ਤੋਂ ਵੱਧ ਪੀੜਤ ਸੀ ਤਾਂ ਉਹ ਮਾਸਟਰ ਤਾਰਾ ਸਿੰਘ ਹੋਣੀ ਸਨ। ਮਾਸਟਰ ਤਾਰਾ ਸਿੰਘ ਵੱਲੋਂ 60 ਸਾਲਾਂ ਦੇ ਲੰਮੇ ਰਾਜਸੀ ਕੈਰੀਅਰ ਦੌਰਾਨ ਅੱਡ-ਅੱਡ ਮੌਕਿਆਂ ਤੇ ਅਪਣਾਏ ਨੀਤੀ ਪੈਂਤੜਿਆਂ ਅਤੇ ਅਲੱਗ-ਅਲੱਗ ਮੌਕਿਆਂ ਤੇ ਉਚਰੇ ਕਥਨਾਂ ਤੇ ਬਿਆਨਾਂ ਦੀ ਸਰਸਰੀ ਪੁੱਛ ਪੂਣ ਛਾਣ ਕੀਤਿਆਂ ਹੀ ਇਹ ਗੱਲ ਝੱਟ ਪਛਾਣੀ ਜਾਂਦੀ ਹੈ ਕਿ ਉਹਨਾਂ ਦਾ ਦਿਲ ਜਜ਼ਬਾ ਕਿਸੇ ਹੋਰ ਜਗ੍ਹਾ ਹੁੰਦਾ ਸੀ ਤੇ ਦਿਮਾਗ ਚੇਤਨਾ ਕਿਸੇ ਹੋਰ ਜਗ੍ਹਾ। ਆਪਣੇ ਸਮਕਾਲੀ ਨੈਸ਼ਨਲਿਸਟ ਸਿੱਖ ਆਗੂਆਂ ਵਿੱਚੋਂ ਉਹੀ ਇੱਕਮਾਤਰ ਅਜਿਹੇ ਲੀਡਰ ਸਨ ਜਿਨ੍ਹਾਂ ਦਾ ਦਿਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਿੱਖ ਕੌਮ ਦੀ ਆਜ਼ਾਦੀ ਦੀ ਹਾਮੀ ਭਰਦਾ ਰਿਹਾ, ਪਰ ਦਿਮਾਗ ਦਿਲ ਨਾਲ ਵਫਾ ਪਾਲਣ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ। 1937-38 ਵਿੱਚ ਭਾਰਤ ਦੀ ਆਜ਼ਾਦੀ ਦੇ ਅੰਦਰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੌਰਾਨ ਉਹਨਾਂ ਵੱਲੋਂ ਸਿੱਖ ਕੌਮ ਦੀ ਆਜ਼ਾਦੀ ਦੇ ਮਸਲੇ ਬਾਰੇ ਪ੍ਰਗਟਾਏ ਹੇਠ ਲਿਖੇ ਵਿਚਾਰ ਇਸ ਅੰਤਰ ਵਿਰੋਧ ਦਾ ਸਿੱਕੇਬੰਦ ਨਮੂਨਾ ਪੇਸ਼ ਕਰਦੇ ਹਨ। ਮੈਂ ਜ਼ਰੂਰ ਸਿੱਖ ਰਾਜ ਚਾਹੁੰਦਾ ਹਾਂ ਤੇ ਸਵਰਾਜ ਅਥਵਾ ਸਾਂਝੇ ਰਾਜ ਦੇ ਵੀ ਹੱਕ ਵਿੱਚ ਹਾਂ, ਪਰ ਮੈਂ ਅਜਿਹਾ ਮੂਰਖ ਨਹੀਂ ਹਾਂ ਕਿ ਇਹ ਨਾ ਸਮਝਦਾ ਹੋਵਾਂ ਕਿ ਸਿੱਖ ਰਾਜ ਦੀ ਕੋਈ ਸੰਭਾਵਨਾ ਨਹੀਂ ਹੈ। ਕੇਵਲ ਸਵਰਾਜ ਦੀ ਜਾਂ ਸਾਂਝੇ ਰਾਜ ਦੀ ਸੰਭਾਵਨਾ ਹੈ। ਇਸੇ ਲਈ ਹੀ ਇੱਛਾ ਤੇ ਯਤਨ ਕਰਨਾ ਚਾਹੀਦਾ ਹੈ। ਸਪਸ਼ਟ ਹੈ ਕਿ ਮਾਸਟਰ ਤਾਰਾ ਸਿੰਘ ਢਿੱਡੋਂ ਸਿੱਖ ਕੌਮ ਦੀ ਆਜ਼ਾਦੀ ਦੇ ਇੱਛੁਕ ਸਨ। ਉਹਨਾਂ ਦਾ ਇਹ ਪੱਖ ਉਹਨਾਂ ਨੂੰ ਹੋਰਨਾਂ ਨੈਸ਼ਨਲਿਸਟ ਸਿੱਖ ਆਗੂਆਂ ਜੋ ਸਿੱਖ ਕੌਮ ਦੀ ਆਜ਼ਾਦੀ ਦੀ ਚਾਹਤ ਹੀ ਨਹੀਂ ਸਨ ਰੱਖਦੇ ਅਤੇ ਜੋ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਸਿੱਖ ਹਿੰਦੂ ਧਾਰਾ ਦਾ ਹੀ ਅੰਗ ਮੰਨ ਕੇ ਚੱਲਦੇ ਸਨ, ਨਾਲੋਂ ਨਿਖੇੜਦਾ ਸੀ। ਪਰ ਕਿਉਂਕਿ ਮਾਸਟਰ ਜੀ ਹੋਰਾਂ ਨੂੰ ਆਪਣੇ ਸਿਧਾਂਤਕ ਨਜ਼ਰੀਏ ਦੀ ਗੜਬੜ ਕਾਰਨ ਸਿੱਖ ਕੌਮ ਦੀ ਆਜ਼ਾਦੀ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਸੀ ਆਉਂਦੀ, ਇਸ ਕਰਕੇ ਉਹਨਾਂ ਦੀ ਵਿਹਾਰਕ ਬੁੱਧੀ ਉਹਨਾਂ ਨੂੰ ਇਹ ਰਾਹ ਪੈਣ ਤੋਂ ਵਰਜਦੀ ਸੀ। ਸੰਨ 47 ਤੋਂ ਬਾਅਦ ਵੀ ਉਹਨਾਂ ਨੂੰ ਇਸ ਅੰਤਰ ਵਿਰੋਧ ਦਾ ਲਗਾਤਾਰ ਸੰਤਾਪ ਝੱਲਣਾ ਪੈਂਦਾ ਰਿਹਾ। ਜਦ ਜਜ਼ਬਾਤੀ ਵਹਾਅ 'ਚ ਆ ਕੇ ਉਹ ਦਿਲ ਦੀ ਗੱਲ ਕਰਦੇ ਸਨ ਤਾਂ ਹਿੰਦੂ ਆਗੂਆਂ ਨੂੰ ਸੱਤੀ ਕੱਪਣੀ ਅੱਗ ਲੱਗ ਉੱਠਦੀ ਸੀ। ਉਹਨਾਂ ਨੂੰ ਫਿਰਕੂਪੁਣੇ ਦੇ ਦੋਸ਼ਾਂ ਨਾਲ ਨਿਵਾਜਿਆ ਜਾਂਦਾ ਸੀ। ਸਿਧਾਂਤਕ ਸਪਸ਼ਟਤਾ ਦੀ ਘਾਟ ਕਾਰਨ ਜਦ ਮਾਸਟਰ ਤਾਰਾ ਸਿੰਘ ਨੂੰ ਇਸ ਹਿੰਦੂਵਾਦੀ ਹੱਲੇ ਦੇ ਸਨਮੁਖ ਬਚਾਓ ਦੇ ਪੈਂਤੜੇ ਉੱਤੇ ਜਾਣਾ ਪੈਂਦਾ ਸੀ ਅਤੇ ਵਾਰ-ਵਾਰ ਸਪਸ਼ਟੀਕਰਨ ਤੇ ਸਫਾਈਆਂ ਦੇਣੀਆਂ ਪੈਂਦੀਆਂ ਸਨ, ਤਾਂ ਇਸ ਨਾਲ ਇੱਕ ਤਾਂ ਉਹਨਾਂ ਦਾ ਆਤਮਿਕ ਤੌਰ ਤੇ ਆਪਣਾ ਹੀ ਘਾਣ ਹੋ ਜਾਂਦਾ ਸੀ ਅਤੇ ਦੂਜਾ ਉਹਨਾਂ ਨੂੰ ਆਪ ਸਿੱਖ ਜਨਤਾ ਦੇ ਆਪਣੇ ਹੀ ਸਾਥੀਆਂ ਦੀਆਂ ਨਜ਼ਰਾਂ ਵਿੱਚ ਗਿਰਨਾ ਪੈਂਦਾ ਸੀ। ਵਾਰ-ਵਾਰ ਝੱਲਣੀ ਪੈਂਦੀ ਰਹੀ ਇਸ ਜਲਾਲਤ ਨੇ ਮਾਸਟਰ ਜੀ ਦੀ ਸ਼ਖਸੀਅਤ ਅੰਦਰ ਗੰਭੀਰ ਮਨੋਵਿਗਿਆਨਕ ਉਲਝਣਾਂ ਪੈਦਾ ਕਰ ਦਿੱਤੀਆਂ, ਜਿਸ ਸਦਕਾ ਉਹਨਾਂ ਨੂੰ ਜਿੰਨੀ ਗੈਰਾਂ ਦੀ ਪੜਚੋਲ ਝੱਲਣੀ ਪਈ ਉਹਨੇ ਹੀ ਆਪਣਿਆਂ ਵੱਲੋਂ ਤਾਹਨੇ ਮਿਹਣੇ ਸੁਣਨੇ ਪੈਂਦੇ ਰਹੇ। ਸਿਰਲੇਖ ਵਾਅਦੇ ਜੋ ਵਫਾ ਨਾ ਹੋਏ। 1946-47 ਵਿੱਚ
ਜਦ ਕੁਝ ਸਿੱਖ ਹਿਤੈਸ਼ੀ ਅੰਗਰੇਜ਼ ਅਫਸਰਾਂ ਪੈਡਰਲ ਮੂਨ ਤੇ ਮੇਜਰ ਸ਼ਾਟ ਆਦਿ ਵੱਲੋਂ ਪੰਜਾਬ ਦੇ ਬਟਵਾਰੇ ਨੂੰ ਰੋਕਣ ਲਈ ਸਿੱਖ ਮੁਸਲਿਮ ਸਮਝੌਤੇ ਦੇ ਯਤਨ ਹੋ ਰਹੇ ਸਨ, ਤਾਂ ਇੱਕ ਸਿੱਖ ਲੀਡਰ ਨੇ ਪੈਡਰਲ ਮੂਨ ਕੋਲ ਇਹ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਦੇ ਬਟਵਾਰੇ ਤੋਂ ਬਾਅਦ ਕਾਂਗਰਸ ਪਾਰਟੀ ਪੂਰਬੀ ਪੰਜਾਬ ਦੀਆਂ ਹੱਦਾਂ ਅੰਦਰ ਵੱਡੀ ਰੱਦੋ ਬਦਲ ਕਰਕੇ ਪੰਜਾਬ ਨੂੰ ਸਿੱਖਾਂ ਦਾ ਸੱਭਿਆਚਾਰਕ ਘਰ ਬਣਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੇਗੀ। ਸਿੱਖ ਆਗੂਆਂ ਦੇ ਇਸ ਵਿਸ਼ਵਾਸ ਦਾ ਆਧਾਰ ਕਾਂਗਰਸ ਪਾਰਟੀ ਦੀ ਭਾਸ਼ਾ ਦੇ ਆਧਾਰ ਤੇ ਰਾਜਾਂ ਦੀ ਮੁੜ ਹੱਦਬੰਦੀ ਦੀ ਐਲਾਨੀਆ ਪਾਲਿਸੀ ਸੀ, ਜਿਸ ਨੂੰ ਉਸ ਨੇ 1920 ਦੇ ਨਾਗਪੁਰ ਸੈਸ਼ਨ ਵਿੱਚ ਹੀ ਪ੍ਰਵਾਨ ਕਰ ਲਿਆ ਹੋਇਆ ਸੀ ਅਤੇ ਜਿਸ ਦੀ ਪਾਲਣਾ ਦਾ ਉਸ ਨੇ ਐਲਾਨੀਆ ਵਚਨ ਦਿੱਤਾ ਹੋਇਆ ਸੀ। ਇਸੇ ਉਮੀਦ ਆਸਰੇ ਗਿਆਨੀ ਕਰਤਾਰ ਸਿੰਘ ਨੇ ਦੇਸ਼ ਦੇ ਬਟਵਾਰੇ ਤੋਂ ਪਹਿਲਾਂ 30 ਜੁਲਾਈ 1947 ਨੂੰ ਪੰਜਾਬ ਦੇ ਗਵਰਨਰ ਇਵਾਨ ਜੈਕਿੰਸ ਨਾਲ ਇਹ ਰਾਜ ਸਾਂਝਾ ਕੀਤਾ ਕਿ ਉਹ ਪੰਜਾਬ ਦੇ ਗੈਰ ਪੰਜਾਬੀ ਬੋਲਣ ਵਾਲੇ ਇਲਾਕਿਆਂ ਨੂੰ ਉੱਤਰ ਪ੍ਰਦੇਸ਼ ਜਾਂ ਕਿਸੇ ਹੋਰ ਨਵੇਂ ਰਾਜ ਨਾਲ ਜੋੜ ਦੇਣਗੇ ਅਤੇ ਬਾਕੀ ਬਚਦੇ ਪੂਰਬੀ ਪੰਜਾਬ ਨੂੰ ਭਾਰੂ ਸਿੱਖ ਵਸੋਂ ਵਾਲੇ ਰਾਜ ਵਿੱਚ ਤਬਦੀਲ ਕਰ ਦੇਣਗੇ। ਇਸੇ ਉਮੀਦ ਦੇ ਆਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਹੇਠਲੇ ਇੱਕ ਸਿੱਖ ਵਫਦ ਨੇ 21 ਜਨਵਰੀ 1948 ਨੂੰ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ ਪਰਿਸ਼ਦ ਦੇ ਪ੍ਰਧਾਨ ਡਾਕਟਰ ਰਜਿੰਦਰ ਪ੍ਰਸਾਦ ਨਾਲ ਮੁਲਾਕਾਤ ਕਰਕੇ ਉਸ ਦੇ ਅੱਗੇ ਜ਼ੋਰ ਨਾਲ ਇਹ ਤਜਵੀਜ਼ ਰੱਖੀ ਕਿ ਰੋਹਤਕ ਤੇ ਗੁੜਗਾਉਂ ਦੇ ਜ਼ਿਲ੍ਹੇ ਅਸਲ ਵਿੱਚ ਪੰਜਾਬ ਦੇ ਇਲਾਕੇ ਨਹੀਂ ਹਨ, ਕਿਉਂਕਿ ਉਹਨਾਂ ਦੀ ਬੋਲੀ ਦਿੱਲੀ ਵਾਲੀ ਹੈ ਅਤੇ ਉਹਨਾਂ ਦੀ ਜ਼ਿੰਦਗੀ ਦੇ ਤੇ ਸੱਭਿਆਚਾਰ ਵੀ ਪੰਜਾਬ ਨਾਲੋਂ ਦਿੱਲੀ ਨਾਲ ਵੱਧ ਮਿਲਦਾ ਹੈ। ਇਸ ਕਰਕੇ ਇਹਨਾਂ ਜ਼ਿਲ੍ਹਿਆਂ ਨੂੰ ਦਿੱਲੀ ਨਾਲ ਜੋੜ ਦਿੱਤਾ ਜਾਵੇ। ਸਿੱਖ ਵਫਦ ਨੇ ਡਾਕਟਰ ਰਜਿੰਦਰ ਪ੍ਰਸਾਦ ਨੂੰ ਇਹ ਗੱਲ ਚੇਤੇ ਕਰਵਾਈ ਕਿ ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਇਹ ਵਾਅਦਾ ਕੀਤਾ ਹੋਇਆ ਹੈ ਕਿ ਉਹ ਘੱਟ ਗਿਣਤੀਆਂ ਦੇ ਮਾਮਲੇ ਬਾਰੇ ਸਿੱਖਾਂ ਦੀ ਸਹਿਮਤੀ ਬਗੈਰ ਕੋਈ ਫੈਸਲਾ ਨਹੀਂ ਕਰਨਗੇ ਅਤੇ ਪੰਜਾਬ ਅੰਦਰ ਸਿੱਖਾਂ ਦੇ ਰਾਜਸੀ ਹਿੱਤਾਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖੇਗੀ। ਆਪਣੀ ਸਾਰੀ ਬੌਧਿਕ ਅਯੋਗਤਾ ਦੇ ਬਾਵਜੂਦ ਸਿੱਖ ਆਗੂ ਇੰਨੀ ਕੁ ਸੋਝੀ ਜ਼ਰੂਰ ਰੱਖਦੇ ਸਨ ਕਿ ਜੇਕਰ ਸਿੱਖ ਪੰਜਾਬ ਅੰਦਰ ਘੱਟ ਗਿਣਤੀ ਵਿੱਚ ਹੀ ਰਹੇ ਤਾਂ ਉਹਨਾਂ ਦੇ ਰਾਜਸੀ ਹਿੱਤਾਂ ਦੀ ਸੁਰੱਖਿਆ ਕਤਈ ਤੌਰ ਤੇ ਸੰਭਵ ਨਹੀਂ। ਹੁਣ ਜਦ ਕਿ ਪੰਜਾਬ ਦੀ ਵੰਡ ਤੋਂ ਬਾਅਦ ਉਹਨਾਂ ਦੀ ਇੱਕ 22ਵੇਂ ਖਿੱਤੇ ਅੰਦਰ ਬਹੁ ਗਿਣਤੀ ਬਣ ਗਈ ਹੋਈ ਸੀ, ਤਾਂ ਉਹਨਾਂ ਲਈ ਆਪਣੀ ਰਾਜਸੀ ਪੋਜੀਸ਼ਨ ਨੂੰ ਪੱਕੇ ਪੈਰੀਂ ਕਰਨ ਦਾ ਸਾਜ਼ਗਾਰ ਮੌਕਾ ਜੁੜ ਗਿਆ ਸੀ। ਸਿੱਖ ਆਗੂਆਂ ਨੇ ਇਹ ਗੱਲ ਭਲੀ ਭਾਂਤ ਤਾੜ ਲਈ ਹੋਈ ਸੀ ਕਿ ਜੇਕਰ ਭਾਰੂ ਸਿੱਖ ਵਸੋਂ ਵਾਲੇ ਰਾਜ ਦੀ ਸਥਾਪਨਾ ਆਸਾਨੀ ਨਾਲ ਹੋ ਜਾਂਦੀ ਹੈ ਤਾਂ ਇਸ ਦਾ ਸਿੱਖ ਪੰਥ ਦੇ ਨਾਲ ਹੀ ਵਿਅਕਤੀਗਤ ਤੌਰ ਤੇ ਸਿੱਖ ਆਗੂਆਂ ਨੂੰ ਵੀ ਚੋਖਾ ਲਾਭ ਹੋਵੇਗਾ। ਇਸ ਕਰਕੇ ਸ਼ੁਰੂ ਦੌਰ ਅੰਦਰ ਸਾਰੀ ਸਿੱਖ ਲੀਡਰਸ਼ਿਪ ਇਸ ਮਸਲੇ ਤੇ ਲਗਭਗ ਇੱਕਮਤ ਸੀ ਅਤੇ ਲਗਭਗ ਸਾਰਿਆਂ ਨੂੰ ਹੀ ਇਹ ਉਮੀਦ ਵੀ ਸੀ ਕਿ ਕਾਂਗਰਸੀ ਆਗੂ ਰਾਜਾਂ ਦੀ ਮੁੜ ਹੱਦਬੰਦੀ ਸੰਬੰਧੀ ਆਪਣੀ ਐਲਾਨੀਆ ਨੀਤੀ ਅਤੇ ਸਿੱਖ ਹਿੱਤਾਂ ਦੀ ਰੱਖਿਆ ਬਾਰੇ ਆਪਣੇ ਐਲਾਨੀਆ ਬਚਨਾਂ ਮੁਤਾਬਕ ਸਿੱਖ ਪੰਥ ਦੀ ਇਸ ਵਾਜਬ ਤੇ ਹੱਕੀ ਮੰਗ ਨੂੰ ਬਿਨਾਂ ਕਿਸੇ ਤਰੱਦਦ ਦੇ ਕਬੂਲ ਕਰ ਲੈਣਗੇ। ਇਸ ਤੋਂ ਇਲਾਵਾ ਸਿੱਖ ਆਗੂ ਸਿੱਖ ਵਸੋਂ ਦੇ ਹਿੱਤਾਂ ਦੀ ਸੁਰੱਖਿਆ ਲਈ ਦੋ ਹੋਰ ਸੰਵਿਧਾਨਕ ਉਪਾਵਾਂ ਦੀ ਮੰਗ ਕਰ ਰਹੇ ਸਨ। ਇੱਕ, ਸਿੱਖ ਕੌਮ ਦੇ ਘੱਟ ਗਿਣਤੀ ਵਿੱਚ ਹੋਣ ਅਤੇ ਵਿਦਿਅਕ ਪੱਖੋਂ ਪਛੜੇ ਹੋਣ ਕਾਰਨ ਪੰਜਾਬ ਅਤੇ ਪੰਜਾਬੋਂ ਬਾਹਰਲੇ ਰਾਜਾਂ ਅੰਦਰ ਇਸ ਦੇ ਲਈ ਰਾਜਸੀ ਨੁਮਾਇੰਦਗੀ ਤੇ ਨੌਕਰੀਆਂ ਦੇ ਖੇਤਰ ਅੰਦਰ ਰਿਜ਼ਰਵੇਸ਼ਨ ਤੇ ਵੇਟੇਜ ਦੀ ਵਿਵਸਥਾ ਕੀਤੀ ਜਾਵੇ। ਦੂਜਾ, ਸਾਂਝੇ ਚੋਣ ਖੇਤਰਾਂ ਦੀ ਥਾਂ ਸਿੱਖਾਂ ਲਈ ਵੱਖਰੇ ਕਮਿਊਨਲ ਚੋਣ ਖੇਤਰ ਕਾਇਮ ਕੀਤੇ ਜਾਣ। ਦੇਸ਼ ਦੀ ਵੰਡ ਤੋਂ ਪਹਿਲਾਂ ਸਿੱਖ ਆਗੂ ਵੱਖਰੇ ਚੋਣ ਖੇਤਰਾਂ ਦੇ ਕੱਟੜ ਨਿੰਦਕ ਰਹੇ ਸਨ। ਕਾਰਨ ਇਹ ਕਿ ਉਦੋਂ ਵੱਖਰੇ ਚੋਣ ਖੇਤਰਾਂ ਨਾਲ ਮੁਸਲਿਮ ਵਰਗ ਦਾ ਪੱਖ ਤਕੜਾ ਹੁੰਦਾ ਸੀ, ਜੋ ਕਿ ਸਿੱਖ ਆਗੂਆਂ ਨੂੰ ਕਦਾਚਿਤ ਨਹੀਂ ਸੀ ਭਾਉਂਦਾ।
ਪੰਜਾਬ ਦੇ ਬਟਵਾਰੇ ਤੋਂ ਬਾਅਦ ਜਦ ਮੁਸਲਿਮ ਫੈਕਟਰ ਮੰਨਫੀ ਹੋ ਗਿਆ ਤਾਂ ਸਿੱਖ ਆਗੂਆਂ ਨੇ ਇਸ ਮਸਲੇ ਤੇ ਖੜੇ ਪੈਰ ਪੋਜੀਸ਼ਨ ਬਦਲ ਲਈ। 25 ਅਕਤੂਬਰ 1948 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੱਖਰੇ ਚੋਣ ਖੇਤਰਾਂ ਬਾਰੇ ਆਪਣੇ ਪੱਖ ਦੀ ਵਜ਼ਾਹਤ ਕਰਦਿਆਂ ਐਨ ਉਹੀ ਗੱਲਾਂ ਕਹੀਆਂ ਜੋ ਮੁਸਲਿਮ ਆਗੂ 40 ਸਾਲਾਂ ਤੋਂ ਕਹਿੰਦੇ ਆ ਰਹੇ ਸਨ ਅਤੇ ਜਿਸ ਦੀ ਸਿੱਖ ਆਗੂ ਜਨੂਨ ਦੀ ਪੱਧਰ ਤੇ ਵਿਰੋਧਤਾ ਕਰ ਰਹੇ ਸਨ। ਜ਼ਰਾ ਸੁਣੋ, ਅਜੋਕੀ ਰਾਜਨੀਤੀ ਅੰਦਰ ਵੱਖਰੇ ਫਿਰਕੇਦਾਰਾਨਾ ਚੁਣਾਵ ਨੂੰ ਭੰਡਣਾ ਇੱਕ ਆਮ ਫੈਸ਼ਨ ਬਣ ਗਿਆ ਹੈ, ਪਰ ਹਿੰਦੁਸਤਾਨ ਜੋ ਕਿ ਯਕੀਨਨ ਹੀ ਕਈ ਕੌਮਾਂ ਦਾ ਰਲਵਾਂ ਮਿਲਵਾਂ ਦੇਸ਼ ਹੈ, ਅੰਦਰ ਕਿਸੇ ਘੱਟ ਗਿਣਤੀ ਵੱਲੋਂ ਆਪਣਾ ਨੁਮਾਇੰਦਾ ਖੁਦ ਚੁਣਨ ਦਾ ਅਧਿਕਾਰ ਉਸ ਦੀ ਸੁਰੱਖਿਆ ਦਾ ਸਭ ਤੋਂ ਵੱਧ ਕਾਰਗਰ ਤੇ ਆਹਲਾ ਤਰੀਕਾ ਹੈ। ਵੱਖਰਾ ਫਿਰਕੇਦਾਰਾਨਾ ਚੁਣਾਓ ਯੁੱਗਾਂ ਪੁਰਾਣਾ ਜਮਹੂਰੀ ਸੂਤਰ ਹੈ। ਸਿੱਖ ਇਸ ਉੱਤੇ ਇਸ ਕਰਕੇ ਜ਼ੋਰ ਦੇ ਰਹੇ ਹਨ ਕਿ ਬਹੁ ਗਿਣਤੀ ਫਿਰਕੇ ਵੱਲੋਂ ਖਾਸ ਤੌਰ ਤੇ ਅਮਲ 'ਚ ਲਿਆਂਦੀ ਗਈ ਧੱਕੜ ਫਿਰਕੂ ਜ਼ਹਿਨੀਅਤ ਨੇ ਸਿੱਖਾਂ ਦੇ ਮਨਾਂ ਅੰਦਰ ਇਹ ਤੌਖਲਾ ਪੈਦਾ ਕਰ ਦਿੱਤਾ ਹੈ ਕਿ ਸਾਂਝੇ ਚੁਣਾਵ ਦੇ ਪ੍ਰਬੰਧ ਨੂੰ ਉਹਨਾਂ ਦੀ ਹਸਤੀ ਦੇ ਖਾਤਮੇ ਲਈ ਵਰਤਿਆ ਜਾ ਸਕਦਾ ਹੈ। ਉਪਰੋਕਤ ਬਿਆਨ ਵਿੱਚੋਂ ਸਿੱਖ ਕੌਮ ਦੇ ਆਗੂਆਂ ਦੀ ਔਖ ਤੇ ਨਿਰਾਸ਼ਤਾ ਸਾਫ਼ ਦੇਖੀ ਜਾ ਸਕਦੀ ਹੈ। ਅਸਲ ਵਿੱਚ ਇਹ ਸਮਾਂ ਸਿੱਖ ਲੀਡਰਸ਼ਿਪ ਲਈ ਬੇਹੱਦ ਕਠਿਨਾਈਆਂ ਭਰਿਆ ਸੀ। ਇੱਕ ਤਾਂ ਬਟਵਾਰੇ ਨਾਲ ਸਿੱਖ ਕੌਮ ਦਾ ਸਮੁੱਚਾ ਜੀਵਨ ਉਖੜ ਪੁਖੜ ਗਿਆ ਸੀ ਅਤੇ ਉਸ ਨੂੰ ਮੁੜ ਵਸੇਬੇ ਦੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੂਜਾ, ਸਿੱਖ ਕੌਮ ਨੂੰ ਨਵੇਂ ਹਾਕਮਾਂ ਤੇ ਨਵੀਂ ਰਾਜਸੀ ਹਕੀਕਤ ਦਾ ਭੇਦ ਪਾਉਣ ਅਤੇ ਆਪਣੇ ਆਪ ਨੂੰ ਇਸ ਅਨੁਸਾਰ ਢਾਲਣ ਦੇ ਕਾਰਜ ਵਿੱਚ ਵੱਡੀਆਂ ਅਮਲੀ ਤੇ ਮਨੋਵਿਗਿਆਨਕ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਗਰਲੀ ਸਮੱਸਿਆ ਪਹਿਲੀ ਨਾਲੋਂ ਕਿਤੇ ਗੰਭੀਰ ਸੀ। ਇਤਿਹਾਸ ਦੇ ਅੰਦਰ ਇਹ ਪਹਿਲਾ ਮੌਕਾ ਸੀ ਜਦ ਸਿੱਖ ਪੰਥ ਹਿੰਦੂ ਵਰਗ ਨੂੰ ਇੱਕ ਰਾਜਨੀਤਿਕ ਹੁਕਮਰਾਨ ਤਾਕਤ ਦੇ ਰੂਪ ਵਿੱਚ ਦੇਖ ਰਿਹਾ ਸੀ। ਹਿੰਦੂ ਵਰਗ ਨੂੰ ਇਸ ਰੂਪ ਵਿੱਚ ਦੇਖਣ ਦਾ ਸਿੱਖ ਪੰਥ ਨੂੰ ਇਸ ਤੋਂ ਪਹਿਲਾਂ ਇਤਿਹਾਸ ਅੰਦਰ ਕੋਈ ਮੌਕਾ ਨਹੀਂ ਸੀ ਮਿਲਿਆ। ਉਸਨੇ ਪਹਿਲਾਂ ਮੁਗਲ ਰਾਜ ਅਤੇ ਫਿਰ ਬਰਤਾਨਵੀ ਰਾਜ ਹੇਠ ਹਿੰਦੂ ਵਰਗ ਨੂੰ ਇੱਕ ਅਧੀਨ ਵਰਗ ਦੇ ਰੂਪ ਵਿੱਚ ਹੀ ਦੇਖਿਆ ਸੀ। ਸਿੱਖ ਪੰਥ ਦੀ ਬ੍ਰਾਹਮਣਵਾਦ ਨਾਲ ਵਿਚਾਰ ਧਾਰਕ ਟੱਕਰ ਭਾਵੇਂ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੀ ਚੱਲੀ ਆ ਰਹੀ ਸੀ ਅਤੇ ਇਸ ਅਮਲ ਰਾਹੀਂ ਸਿੱਖ ਪੰਥ ਨੇ ਬ੍ਰਾਹਮਣਵਾਦ ਦੀ ਵਿਚਾਰ ਧਾਰਕ ਖਸਲਤ ਤੇ ਇਸ ਦੇ ਸੱਭਿਆਚਾਰਕ ਲੱਛਣਾਂ ਦਾ ਚੋਖਾ ਭੇਦ ਪਾ ਲਿਆ ਹੋਇਆ ਸੀ, ਪਰ ਇੱਕ ਹੁਕਮਰਾਨ ਰਾਜਸੀ ਤਾਕਤ ਵਜੋਂ ਬ੍ਰਾਹਮਣਵਾਦ ਨੂੰ ਪ੍ਰਤੱਖਣ ਤੇ ਪ੍ਰਤਿਆਉਣ ਦਾ ਸਬੱਬ ਪਹਿਲੀ ਵਾਰ ਜੁੜਿਆ ਸੀ। ਨੈਸ਼ਨਲਿਸਟ ਸਿੱਖ ਲੀਡਰਸ਼ਿਪ ਲਈ ਹਿੰਦੂ ਆਗੂਆਂ ਨਾਲ ਆਪਣੇ ਰਿਸ਼ਤੇ ਨੂੰ ਨਵੇਂ ਸਾਂਚੇ ਵਿੱਚ ਢਾਲਣ ਦਾ ਮਸਲਾ ਸਿਰਫ ਰਾਜਨੀਤਿਕ ਹੀ ਨਹੀਂ, ਥੋੜਾ ਭਾਵਨਾਤਮਕ ਵੀ ਸੀ। ਉਹ ਲਗਭਗ 3 ਦਹਾਕੇ ਬਰਤਾਨਵੀ ਹਾਕਮਾਂ ਵਿਰੁੱਧ ਇਕੱਠੇ ਜੂਝਦੇ ਰਹੇ ਸਨ। ਦੇਸ਼ ਦੇ ਬਟਵਾਰੇ ਮੌਕੇ ਸਿੱਖ ਆਗੂਆਂ ਨੇ ਸਿੱਖ ਕੌਮ ਦੀ ਹੋਣੀ ਨੂੰ ਜਿਸ ਤਰ੍ਹਾਂ ਅੱਖਾਂ ਮੀਚ ਕੇ ਹਿੰਦੂ ਆਗੂਆਂ ਦੇ ਹਵਾਲੇ ਕਰ ਦਿੱਤਾ ਸੀ, ਉਸ ਤੋਂ ਉਹਨਾਂ ਦੀ ਹਿੰਦੂ ਲੀਡਰਸ਼ਿਪ ਅੰਦਰ ਅੰਨੀ ਸ਼ਰਧਾ ਤੇ ਵਿਸ਼ਵਾਸ ਦਾ ਪਤਾ ਚੱਲਦਾ ਹੈ। ਸਰਦਾਰ ਬਲਦੇਵ ਸਿੰਘ ਵੱਲੋਂ 26-27 ਨਵੰਬਰ 1938 ਨੂੰ ਰਾਵਲਪਿੰਡੀ ਵਿਖੇ ਅਕਾਲੀ ਦਲ ਦੀ ਕੁੱਲ ਹਿੰਦ ਕਾਨਫਰੰਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਾਂਗਰਸ ਪ੍ਰਤੀ ਆਪਣੇ ਸ਼ਰਧਾ ਭਾਵ ਨੂੰ ਇੰਜ ਬਿਆਨ ਕੀਤਾ ਗਿਆ: ਵਾਹਿਗੁਰੂ ਜੀ, ਵਾਹਿਗੁਰੂ ਤੇ ਗੁਰੂ ਸਾਹਿਬਾਨ ਤੋਂ ਬਾਅਦ ਮੇਰੀ ਆਸਥਾ ਕਾਂਗਰਸ ਵਿੱਚ ਹੀ ਹੈ। ਅਜਿਹਾ ਮੈਂ ਕਿਸੇ ਜਾਤੀ ਵਜ੍ਹਾ ਕਰਕੇ ਨਹੀਂ ਕਰ ਰਿਹਾ, ਸਗੋਂ ਇਸ ਕਰਕੇ ਕਰ ਰਿਹਾ ਹਾਂ ਕਿ ਕਾਂਗਰਸ ਹੀ ਕੌਮੀ ਗੌਰਵ ਤੇ ਸਵੈਮਾਣ ਵਾਲੀ ਇੱਕਮਾਤਰ ਸੰਸਥਾ ਹੈ। ਜਿਸ ਲੀਡਰਸ਼ਿਪ ਉੱਤੇ ਸਿੱਖ ਆਗੂਆਂ ਨੇ ਇਸ ਕਦਰ ਅੰਨਾ ਭਰੋਸਾ ਕੀਤਾ ਹੋਵੇ, ਉਸ ਵੱਲੋਂ ਰਾਜ ਭਾਗ ਉੱਤੇ ਕਾਬਜ ਹੁੰਦਿਆਂ ਹੀ ਸਿੱਖ ਕੌਮ ਦੇ ਹਿੱਤਾਂ ਨੂੰ ਬੇਰੁਖੀ ਨਾਲ ਨਜ਼ਰ ਅੰਦਾਜ਼ ਕਰ ਦੇਣਾ
ਸਿੱਖ ਆਗੂਆਂ ਦੀਆਂ ਨਜ਼ਰਾਂ ਵਿੱਚ ਵਿਸ਼ਵਾਸਘਾਤ ਵਾਲੀ ਗੱਲ ਸੀ। ਕਾਂਗਰਸੀ ਆਗੂਆਂ ਦਾ ਅਜਿਹਾ ਹਰ ਕਰਮ ਸਿੱਖ ਹਿਰਦਿਆਂ ਉੱਤੇ ਗਹਿਰੀ ਚੋਟ ਲਾ ਰਿਹਾ ਸੀ। ਪੰਜਾਬ ਦੇ ਬਟਵਾਰੇ ਸਦਕਾ ਸਿੱਖ ਕੌਮ ਨੂੰ ਝੱਲਣੀ ਪੈ ਰਹੀ ਅੰਤਾਂ ਦੀ ਖੱਜਲ ਖੁਆਰੀ ਦੇ ਨਾਲ ਹੀ ਸਿੱਖ ਆਗੂਆਂ ਨੂੰ ਕਾਂਗਰਸੀ ਹਾਕਮਾਂ ਹੱਥੋਂ ਵਿਸ਼ਵਾਸਘਾਤ ਦੇ ਸਦਮੇ ਦੀ ਦੋਹਰੀ ਮਾਰ ਸਹਿਣੀ ਪੈ ਰਹੀ ਸੀ। ਭਾਰਤ ਦਾ ਸੰਵਿਧਾਨ ਘੜਨ ਲਈ ਬਣਾਈ ਗਈ ਵਿਧਾਨ ਸਾਜ ਅਸੈਂਬਲੀ ਦੀ ਨਾਗਰਿਕਾਂ ਦੇ ਮੂਲ ਅਧਿਕਾਰਾਂ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਐਡਵਾਈਜ਼ਰੀ ਕਮੇਟੀ ਦੀ 29-31 ਜੁਲਾਈ 1947 ਨੂੰ ਜੋ ਮੀਟਿੰਗ ਹੋਈ, ਉਸ ਵਿੱਚ ਸਿੱਖ ਕੌਮ ਦੇ ਹੱਕਾਂ ਦੀ ਸੁਰੱਖਿਆ ਦਾ ਮਸਲਾ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਅਜੇ ਆਬਾਦੀ ਦੇ ਤਬਾਦਲੇ ਦਾ ਅਮਲ ਪੂਰਾ ਹੋਣ ਕਰਕੇ ਅਨਿਸ਼ਚਿਤਤਾ ਦੀ ਹਾਲਤ ਬਣੀ ਹੋਈ ਹੈ। ਇਹ ਕਾਂਗਰਸੀ ਆਗੂਆਂ ਦੀ ਬਦਨੀਤ ਦਾ ਪਹਿਲਾ ਇਜ਼ਹਾਰ ਸੀ, ਕਿਉਂਕਿ ਆਬਾਦੀ ਦੇ ਤਬਾਦਲੇ ਦਾ ਸਿੱਖ ਕੌਮ ਦੇ ਘੱਟ ਗਿਣਤੀ ਰੁਤਬੇ ਨਾਲ ਕੋਈ ਸੰਬੰਧ ਨਹੀਂ ਸੀ। ਆਬਾਦੀ ਦੇ ਤਬਾਦਲੇ ਦਾ ਅਮਲ ਪੂਰਾ ਹੋਣ ਉਪਰੰਤ ਵੀ ਪੰਜਾਬ ਅੰਦਰ ਸਿੱਖਾਂ ਦੀ ਗਿਣਤੀ ਘੱਟ ਹੀ ਰਹਿਣੀ ਸੀ। ਇਸ ਕਰਕੇ ਜੇਕਰ ਹਿੰਦੂ ਆਗੂਆਂ ਦੀਆਂ ਨੀਤਾਂ ਸਾਫ਼ ਹੁੰਦੀਆਂ ਤਾਂ ਉੱਪਰ ਬਿਆਨੀ ਮੀਟਿੰਗ ਵਿੱਚ ਹੀ ਇੱਕ ਘੱਟ ਗਿਣਤੀ ਵਰਗ ਵਜੋਂ ਸਿੱਖ ਭਾਈਚਾਰੇ ਦੇ ਹੱਕਾਂ ਦੀ ਸੁਰੱਖਿਆ ਦੇ ਮਸਲੇ ਉੱਤੇ ਵਿਚਾਰ ਕੀਤੀ ਜਾ ਸਕਦੀ ਸੀ। ਅਸਲ ਗੱਲ ਇਹ ਸੀ ਕਿ ਪਾਕਿਸਤਾਨ ਬਣ ਜਾਣ ਤੋਂ ਬਾਅਦ ਹਿੰਦੂ ਆਗੂਆਂ ਨੇ ਘੱਟ ਗਿਣਤੀਆਂ ਦੇ ਮਸਲੇ ਪ੍ਰਤੀ ਆਪਣੀ ਸਮਝ ਬਦਲ ਲਈ ਸੀ। ਉਹ ਘੱਟ ਗਿਣਤੀਆਂ ਨੂੰ ਕੋਈ ਉਚੇਚੀ ਰਿਆਇਤ ਦੇਣ ਦੇ ਕਦੇ ਵੀ ਹਾਮੀ ਨਹੀਂ ਸਨ, ਪਰ ਬਟਵਾਰੇ ਤੋਂ ਪਹਿਲਾਂ ਮੁਸਲਿਮ ਵਰਗ ਦੇ ਦਬਾਅ ਸਦਕਾ ਉਹਨਾਂ ਨੂੰ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਲਈ ਉਚੇਚੀਆਂ ਰਿਆਇਤਾਂ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਹੋਣਾ ਪੈਂਦਾ ਸੀ। ਦੇਸ਼ ਦੇ ਬਟਵਾਰੇ ਨਾਲ ਜਦ ਮੁਸਲਿਮ ਵਰਗ ਵਾਲਾ ਕੰਡਾ ਨਿਕਲ ਗਿਆ ਤਾਂ ਹਿੰਦੂ ਆਗੂਆਂ ਦੀ ਅਸਲੀ ਖਸਲਤ ਪ੍ਰਗਟ ਹੋਣ ਲੱਗੀ। ਵਿਧਾਨ ਸਾਜ ਅਸੈਂਬਲੀ ਨੇ 27-28 ਅਗਸਤ 1947 ਨੂੰ ਫੁਰਤੀ ਨਾਲ ਵੱਖਰੇ ਚੋਣ ਖੇਤਰਾਂ ਦੀ ਵਿਵਸਥਾ ਸਮਾਪਤ ਕਰ ਦਿੱਤੀ। ਨਾਲ ਹੀ ਉਹ ਘੱਟ ਗਿਣਤੀਆਂ ਲਈ ਰਿਜ਼ਰਵੇਸ਼ਨ ਦੀ ਵੀ ਫਸਤਾ ਦਾ ਵੀ ਫਸਤਾ ਵੱਢਣਾ ਚਾਹੁੰਦੇ ਸਨ, ਪਰ ਹੋਰਨਾਂ ਮੈਂਬਰਾਂ ਦੇ ਵਿਰੋਧ ਕਾਰਨ ਉਹਨਾਂ ਨੂੰ ਕੁਝ ਦੇਰ ਵਾਸਤੇ ਆਪਣੇ ਹੱਥ ਰੋਕਣ ਲਈ ਮਜਬੂਰ ਹੋਣਾ ਪੈ ਗਿਆ। ਅੰਤ 11 ਮਈ 1949 ਨੂੰ ਵਿਧਾਨ ਸਾਜ ਅਸੈਂਬਲੀ ਦੀ ਘੱਟ ਗਿਣਤੀਆਂ ਲਈ ਐਡਵਾਈਜ਼ਰੀ ਕਮੇਟੀ ਨੇ ਘੱਟ ਗਿਣਤੀ ਧਾਰਮਿਕ ਵਰਗਾਂ ਲਈ ਰਿਜ਼ਰਵੇਸ਼ਨ ਖਤਮ ਕਰਨ ਦਾ ਫੈਸਲਾ ਕਰ ਦਿੱਤਾ। ਸਿਰਫ ਹਿੰਦੂ ਦਲਿਤ ਵਰਗਾਂ ਲਈ ਰਿਜ਼ਰਵੇਸ਼ਨ ਜਾਰੀ ਰਹਿਣ ਦਿੱਤੀ ਗਈ। ਸਿੱਖ ਦਲਿਤਾਂ ਨੂੰ ਇਸ ਰਿਆਇਤ ਤੋਂ ਵਾਂਝਿਆ ਕਰ ਦਿੱਤਾ ਗਿਆ। ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਦੇ ਮਾਮਲੇ ਵਾਂਗ ਕਾਂਗਰਸੀ ਆਗੂਆਂ ਨੇ ਰਾਜਾਂ ਦੇ ਪੁਨਰਗਠਨ ਬਾਰੇ ਵੀ ਆਪਣੀ ਪਹਿਲੀ ਪੋਜੀਸ਼ਨ ਤੋਂ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਇਸ ਮਾਮਲੇ ਵਿੱਚ ਵੀ ਕਾਂਗਰਸ ਪਾਰਟੀ ਦੀ ਭਾਰੂ ਲੀਡਰਸ਼ਿਪ, ਖਾਸ ਕਰਕੇ ਗਊ ਖੇਤਰ ਵਜੋਂ ਜਾਣੇ ਜਾਂਦੇ ਉੱਤਰੀ ਭਾਰਤ ਦੀ ਹਿੰਦੂ ਲੀਡਰਸ਼ਿਪ, ਭਾਸ਼ਾ ਦੇ ਆਧਾਰ ਤੇ ਰਾਜਾਂ ਦੇ ਪੁਨਰਗਠਨ ਦੇ ਸਿਧਾਂਤ ਨਾਲ ਢਿੱਡੋਂ ਕਦੇ ਵੀ ਸਹਿਮਤ ਨਹੀਂ ਹੋਈ। ਭਾਸ਼ਾ ਦਾ ਜਜ਼ਬਾ ਦੱਖਣ ਵਿੱਚ ਹੀ ਪ੍ਰਬਲ ਸੀ। ਉੱਤਰੀ ਭਾਰਤ ਦਾ ਹਿੰਦੂ ਵਰਗ ਹਿੰਦੀ ਤੋਂ ਬਿਨਾਂ ਭਾਰਤ ਅੰਦਰਲੀਆਂ ਬਾਕੀ ਦੀਆਂ ਭਾਸ਼ਾਵਾਂ ਨੂੰ ਤਿਰਸਕਾਰ ਦੀ ਭਾਵਨਾ ਨਾਲ ਦੇਖਦਾ ਸੀ। ਕਾਂਗਰਸ ਦੇ ਨਾਗਪੁਰ ਸੈਸ਼ਨ 1920 ਅੰਦਰ ਰਾਜਾਂ ਦੀ ਭਾਸ਼ਾ ਦੇ ਆਧਾਰ ਤੇ ਨਵੇਂ ਸਿਰਿਓਂ ਹੱਦਬੰਦੀ ਕਰਨ ਸੰਬੰਧੀ ਲਿਆ ਗਿਆ ਫੈਸਲਾ ਦੱਖਣ ਦੀਆਂ ਕਾਂਗਰਸ ਇਕਾਈਆਂ ਵੱਲੋਂ 5 ਸਾਲਾਂ ਤੋਂ ਪਾਏ ਜਾ ਰਹੇ ਦਬਾਅ ਦਾ ਨਤੀਜਾ ਸੀ। ਗਊ ਖੇਤਰ ਦੇ ਕਾਂਗਰਸੀ ਆਗੂਆਂ ਨੇ ਇਸ ਨੂੰ ਅਧਮੰਨੇ ਚਿੱਤ ਨਾਲ ਹੀ ਪ੍ਰਵਾਨ ਕੀਤਾ ਸੀ। ਉਹ ਵੀ ਅਲੱਗ-ਅਲੱਗ ਕੌਮੀਅਤਾਂ ਦੇ ਵਿਕਾਸ ਦੇ ਨੁਕਤਾ ਨਜ਼ਰ ਤੋਂ ਨਹੀਂ, ਸਗੋਂ ਲੋਕਾਂ ਦੇ ਵੱਧ ਤੋਂ ਵੱਧ ਹਿੱਸਿਆਂ ਤੱਕ
ਪਹੁੰਚ ਕਰਨ ਦੇ ਸੀਮਤ ਮੰਤਵ ਨੂੰ ਮੁੱਖ ਰੱਖਦੇ ਹੋਏ